ਦੋਸਤੋ, ਅੱਜ ਆਪਾਂ ਇਤਿਹਾਸ ਦੇ ਇੱਕ ਅਜਿਹੇ ਸੁਨਹਿਰੀ ਪੰਨੇ ਦੀ ਗੱਲ ਕਰਨ ਜਾ ਰਹੇ ਹਾਂ ਜੋ ਕਿਸੇ ਵੱਡੀ ਫਿਲਮ ਦੀ ਕਹਾਣੀ ਵਰਗਾ ਲੱਗਦਾ ਹੈ। ਗਦਰ ਦੀ ਅੱਗ ਅਤੇ ਕਰਤਾਰ ਸਿੰਘ ਸਰਾਭਾ ਦੀ ਸ਼ਹਾਦਤ। ਇਹ ਕਹਾਣੀ ਹੈ ਬੇਮਿਸਾਲ ਦੇਸ਼ਭਗਤੀ ਅਤੇ ਕਦੇ ਨਾ ਝੁਕਣ ਵਾਲੇ ਇਰਾਦੇ ਦੀ। ਇੱਕ ਅਜਿਹੇ ਨਾਇਕ ਦੀ ਕਹਾਣੀ ਜਿਸ ਨੇ ਬਹੁਤ ਛੋਟੀ ਉਮਰ ਵਿੱਚ ਹੀ ਆਪਣੇ ਦੇਸ਼ ਲਈ ਸਭ ਕੁਝ ਵਾਰ ਦਿੱਤਾ ਅਤੇ ਇਤਿਹਾਸ ਉੱਤੇ ਆਪਣੀ ਅਮਿਟ ਛਾਪ ਛੱਡੀ। ਜ਼ਰਾ ਸੋਚ ਕੇ ਦੇਖੋ, 19 ਸਾਲ, ਹਾਂ, ਸਿਰਫ 19 ਸਾਲ ਦੀ ਉਮਰ ਵਿੱਚ, ਜਦੋਂ ਆਮ ਤੌਰ ਤੇ ਨੌਜਵਾਨ ਆਪਣੇ ਕਾਲਜ ਜਾਂ ਆਉਣ ਵਾਲੇ ਕੈਰੀਅਰ ਬਾਰੇ ਸੁਪਨੇ ਬੁਣ ਰਹੇ ਹੁੰਦੇ ਹਨ, ਕਰਤਾਰ ਸਿੰਘ ਸਰਾਭਾ ਨੇ ਇੱਕ ਵਿਸ਼ਾਲ ਬਗਾਵਤ ਖੜੀ ਕਰ ਦਿੱਤੀ ਸੀ। ਉਸਨੇ ਇਤਿਹਾਸ ਬਦਲਣ ਦਾ ਸੁਪਨਾ ਦੇਖਿਆ ਅਤੇ ਹੱਸਦੇ-ਹੱਸਦੇ ਫਾਂਸੀ ਦਾ ਰੱਸਾ ਚੁੰਮ ਲਿਆ। ਇਹ ਅੰਕ 19 ਸਿਰਫ ਇੱਕ ਉਮਰ ਨਹੀਂ ਹੈ, ਇਹ ਬੇਮਿਸਾਲ ਹੌਸਲੇ ਦਾ ਸਬੂਤ ਹੈ। ਚਲੋ ਦੇਖਦੇ ਹਾਂ ਕਿ ਇਹ ਸਭ ਸ਼ੁਰੂ ਕਿਵੇਂ ਹੋਇਆ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਅਮਰੀਕਾ ਵਿੱਚ ਆਏ ਜਾਗ੍ਰਿਤੀ ਬਾਰੇ। ਸਾਲ ਸੀ 1912। ਲੁਧਿਆਣੇ ਦੇ ਪਿੰਡ ਸਰਾਭਾ ਦਾ ਇੱਕ ਗੱਭਰੂ, ਜੋ ਇੱਕ ਅਮੀਰ ਜ਼ਿਮੀਂਦਾਰ ਪਰਿਵਾਰ ਨਾਲ ਸਬੰਧ ਰੱਖਦਾ ਸੀ, ਕੈਲੀਫੋਰਨੀਆ ਦੀ ਬਰਕਲੇ ਯੂਨੀਵਰਸਿਟੀ ਵਿੱਚ ਇਲੈਕਟ੍ਰੀਕਲ ਇੰਜੀਨੀਅਰਿੰਗ ਦੀ ਪੜ੍ਹਾਈ ਕਰਨ ਪਹੁੰਚਿਆ। ਦੇਖਣ ਨੂੰ ਸਭ ਕੁਝ ਬਿਲਕੁਲ ਇੱਕ ਆਮ ਵਿਦਿਆਰਥੀ ਦੇ ਜੀਵਨ ਵਰਗਾ ਲੱਗਦਾ ਸੀ, ਪਰ ਹੋਣੀ ਨੇ ਉਸ ਤੋਂ ਬਹੁਤ ਵੱਡੇ ਕੰਮ ਲੈਣੇ ਸਨ। ਅਤੇ ਇੱਥੇ ਇੱਕ ਬਹੁਤ ਹੀ ਅਹਿਮ ਘਟਨਾ ਵਾਪਰਦੀ ਹੈ। ਸੈਨ ਫਰਾਂਸਿਸਕੋ ਬੰਦਰਗਾਹ ਦਾ ਇਹ ਕੌੜਾ ਸੱਚ ਦੇਖੋ। ਉੱਥੇ ਦੋ ਵੱਖ-ਵੱਖਰੇ ਦ੍ਰਿਸ਼ ਸਨ। ਇੱਕ ਪਾਸੇ ਯੂਰਪ ਤੋਂ ਆਏ ਲੋਕਾਂ ਦਾ ਬਿਨਾਂ ਕਿਸੇ ਰੋਕ-ਟੋਕ ਤੇ ਬੜੇ ਸਤਿਕਾਰ ਨਾਲ ਸਵਾਗਤ ਹੋ ਰਿਹਾ ਸੀ, ਤੇ ਦੂਜੇ ਪਾਸੇ ਜਦੋਂ ਸਰਾਭਾ ਉੱਥੇ ਪਹੁੰਚਿਆ ਤਾਂ ਇੱਕ ਨਸਲਵਾਦੀ ਇਮੀਗ੍ਰੇਸ਼ਨ ਅਫਸਰ ਨੇ ਸਿੱਧਾ ਉਸਦੇ ਮੂੰਹ ਤੇ ਕਿਹਾ ਕਿ ਭਾਰਤੀ ਤਾਂ ਇੱਕ ਗੁਲਾਮ ਕੌਮ ਹਨ ਅਤੇ ਆਜ਼ਾਦ ਦੁਨੀਆ ਵਿੱਚ ਉਨ੍ਹਾਂ ਦੀ ਕੋਈ ਇੱਜ਼ਤ ਨਹੀਂ। ਇਸ ਡੂੰਘੇ ਭੇਦਭਾਵ ਨੇ ਸਰਾਭਾ ਨੂੰ ਅੰਦਰੋਂ ਝੰਜੋੜ ਕੇ ਰੱਖ ਦਿੱਤਾ ਅਤੇ ਉਸਦੀ ਦੁਨੀਆ ਹੀ ਬਦਲ ਗਈ। ਇਸੇ ਡੂੰਘੇ ਅਪਮਾਨ ਵਿੱਚੋਂ ਨੀਂਹ ਰੱਖੀ ਗਈ ਗਦਰ ਪਾਰਟੀ ਦੀ। ਬੰਦਰਗਾਹ ਵਾਲੀ ਘਟਨਾ ਨੇ ਉਸਦੇ ਮਨ ਤੇ ਇੰਨਾ ਵੱਡਾ ਅਸਰ ਪਾਇਆ ਕਿ ਉਸਨੇ ਆਪਣੀ ਇੰਜੀਨੀਅਰਿੰਗ ਦੀ ਪੜ੍ਹਾਈ ਵਿਚਾਲੇ ਹੀ ਛੱਡਣ ਦਾ ਫੈਸਲਾ ਕਰ ਲਿਆ। ਹੁਣ ਉਸਦਾ ਇੱਕੋ ਇੱਕ ਮਕਸਦ ਸੀ, ਪੱਛਮੀ ਤੱਟ ਤੇ ਰਹਿੰਦੇ ਉਹਨਾਂ ਹਜ਼ਾਰਾਂ ਪੰਜਾਬੀ ਪ੍ਰਵਾਸੀਆਂ ਨੂੰ ਇਕੱਠਾ ਕਰਨਾ ਜੋ ਰੋਜ਼ਾਨਾ ਇਸ ਨਸਲਵਾਦ ਦਾ ਸੰਤਾਪ ਹੰਢਾ ਰਹੇ ਸਨ। ਹੁਣ ਜੇਕਰ ਆਪਾਂ ਇਸ ਸਫ਼ਰ ਤੇ ਨਜ਼ਰ ਮਾਰੀਏ ਤਾਂ ਹੈਰਾਨੀ ਹੁੰਦੀ ਹੈ ਕਿ ਸਭ ਕੁਝ ਕਿੰਨੀ ਤੇਜ਼ੀ ਨਾਲ ਵਾਪਰਿਆ। 1912 ਵਿੱਚ ਅਮਰੀਕਾ ਆਉਣਾ ਅਤੇ ਸਿਰਫ 1 ਸਾਲ ਬਾਅਦ ਯਾਨੀ 1913 ਵਿੱਚ ਲਾਲਾ ਹਰਦਿਆਲ, ਬਾਬਾ ਸੋਹਣ ਸਿੰਘ ਭਕਨਾ ਅਤੇ ਪੰਡਿਤ ਕਾਂਸ਼ੀ ਰਾਮ ਵਰਗੇ ਮਹਾਨ ਵਿਦਵਾਨਾਂ ਨਾਲ ਮਿਲ ਕੇ ਪੈਸੀਫਿਕ ਕੋਸਟ ਹਿੰਦੁਸਤਾਨ ਐਸੋਸੀਏਸ਼ਨ ਬਣਾਉਣਾ। ਸੋਚੋ, ਇੰਨੀ ਛੋਟੀ ਉਮਰ ਵਿੱਚ ਇੰਨੀ ਵੱਡੀ ਲਹਿਰ ਦਾ ਮੂਹਰੀ ਬਣਨਾ ਵਾਕਈ ਕਮਾਲ ਦੀ ਗੱਲ ਸੀ। ਇਸੇ ਐਸੋਸੀਏਸ਼ਨ ਦਾ ਨਾਮ ਬਾਅਦ ਵਿੱਚ ਗਦਰ ਪੈ ਗਿਆ। ਗਦਰ ਅਸਲ ਵਿੱਚ ਇੱਕ ਅਰਬੀ ਅਤੇ ਉਰਦੂ ਦਾ ਸ਼ਬਦ ਹੈ, ਜਿਸ ਦਾ ਸਿੱਧਾ ਜਿਹਾ ਮਤਲਬ ਹੈ ਬਗਾਵਤ ਜਾਂ ਵਿਦਰੋਹ। ਇੱਥੇ ਸਭ ਤੋਂ ਵੱਡੀ ਗੱਲ ਇਹ ਨੋਟ ਕਰਨ ਵਾਲੀ ਹੈ ਕਿ ਸਿਰਫ 17 ਸਾਲ ਦੀ ਉਮਰ ਵਿੱਚ ਕਰਤਾਰ ਸਿੰਘ ਸਰਾਭਾ ਇਸ ਪਾਰਟੀ ਦੇ ਹਫ਼ਤਾਵਾਰੀ ਅਖਬਾਰ ਦਾ ਮੁੱਖ ਸੰਚਾਲਕ ਬਣ ਗਿਆ। ਉਹ ਅਸਲ ਮਾਣਿਆਂ ਵਿੱਚ ਇਸ ਦੀ ਰੀੜ੍ਹ ਦੀ ਹੱਡੀ ਸੀ। ਇਸ ਅਖਬਾਰ ਦਾ ਮੁੱਖ ਸਿਰਲੇਖ ਹੀ ਬੜਾ ਬੇਖੌਫ ਸੀ। ਅੰਗਰੇਜ਼ੀ ਰਾਜ ਦਾ ਦੁਸ਼ਮਣ, ਕੋਈ ਡਰ ਨਹੀਂ, ਕੋਈ ਲੁਕੋ-ਛਿਪੋ ਨਹੀਂ। ਸਰਾਭਾ ਨੇ ਦਿਨ-ਰਾਤ ਇੱਕ ਕਰ ਦਿੱਤਾ। ਹੱਥਾਂ ਨਾਲ ਪ੍ਰਿੰਟਿੰਗ ਪ੍ਰੈਸ ਚਲਾਣੀ, ਜੋਸ਼ ਨਾਲ ਭਰੀਆਂ ਪੰਜਾਬੀ ਕਵਿਤਾਵਾਂ ਲਿਖਣੀਆਂ ਅਤੇ ਫਿਰ ਇਸ ਅਖਬਾਰ ਨੂੰ ਬੜੀ ਚਲਾਕੀ ਨਾਲ ਫਿਲੀਪੀਨਜ਼, ਚੀਨ ਅਤੇ ਅਰਜਨਟੀਨਾ ਵਰਗੇ ਦੇਸ਼ਾਂ ਵਿੱਚ ਬੈਠੇ ਭਾਰਤੀਆਂ ਤੱਕ ਪਹੁੰਚਾਉਣਾ। ਇਹ ਸਭ ਉਸਦਾ ਰੋਜ਼ ਦਾ ਕੰਮ ਸੀ। ਤੇ ਇਹ ਇਸ਼ਤਿਹਾਰ ਦੇਖੋ, ਇਹ ਵਾਕਈ ਰੌਂਗਟੇ ਖੜੇ ਕਰ ਦੇਣ ਵਾਲਾ ਹੈ। ਵਾਲੰਟੀਅਰਾਂ ਨੂੰ ਭਰਤੀ ਕਰਨ ਲਈ ਛਾਪੇ ਗਏ ਇਸ ਇਸ਼ਤਿਹਾਰ ਵਿੱਚ ਬਿਲਕੁਲ ਸਾਫ਼ ਲਿਖਿਆ ਸੀ, ਲੋੜ ਹੈ ਭਾਰਤ ਵਿੱਚ ਗਦਰ ਮਚਾਉਣ ਲਈ ਉਤਸ਼ਾਹੀ ਸਿਪਾਹੀਆਂ ਦੀ। ਤਨਖਾਹ ਕੀ ਮਿਲੇਗੀ? ਮੌਤ ਅਤੇ ਸ਼ਹਾਦਤ। ਪੈਨਸ਼ਨ ਹੋਵੇਗੀ? ਆਜ਼ਾਦੀ। ਅਤੇ ਜੰਗ ਦਾ ਮੈਦਾਨ ਹੋਵੇਗਾ ਭਾਰਤ। ਬਿਨਾਂ ਕਿਤੇ ਛੂਟੇ ਵਾਅਦੇ ਦੇ ਬਿਲਕੁਲ ਸਾਫ਼-ਸਾਫ਼ ਦੱਸਿਆ ਗਿਆ ਕਿ ਇਸ ਰਸਤੇ ਦਾ ਅੰਤ ਮੌਤ ਹੈ। ਪਰ ਹੈਰਾਨੀ ਦੀ ਗੱਲ ਹੈ ਕਿ ਇਸ ਨੂੰ ਪੜ੍ਹ ਕੇ ਸੈਂਕੜੇ ਨੌਜਵਾਨ ਆਪਣੀ ਜਾਨ ਵਾਰਨ ਲਈ ਤਿਆਰ ਹੋ ਗਏ। ਹੁਣ ਆਉਂਦੇ ਹਾਂ 1915 ਦੀ ਉਸ ਇਤਿਹਾਸਕ ਬਗਾਵਤ ਦੀ ਯੋਜਨਾ ਤੇ। ਜਦੋਂ 1914 ਵਿੱਚ ਪਹਿਲੀ ਵਿਸ਼ਵ ਜੰਗ ਛਿੜ ਗਈ ਤਾਂ ਅੰਗਰੇਜ਼ਾਂ ਨੇ ਆਪਣੀ ਬਹੁਤੀ ਫੌਜ ਭਾਰਤ ਤੋਂ ਬਾਹਰ ਜੰਗ ਵਿੱਚ ਭੇਜ ਦਿੱਤੀ। ਗਦਰੀਆਂ ਨੂੰ ਲੱਗਿਆ ਕਿ ਬਸ ਇਹੋ ਹੀ ਉਸ ਸੁਨਹਿਰੀ ਮੌਕਾ ਹੈ ਜਿਸ ਦੀ ਉਨ੍ਹਾਂ ਨੂੰ ਉਡੀਕ ਸੀ। ਅੰਦਰੋਂ ਫੌਜੀ ਤਖਤਾਪਲਟ ਕਰਨ ਲਈ ਸਰਾਭਾ ਅਤੇ ਉਸਦੇ ਸਾਥੀ ਜਹਾਜ਼ਾਂ ਰਾਹੀਂ ਭਾਰਤ ਵਾਪਸ ਪਰਤ ਆਏ। ਭਾਰਤ ਆ ਕੇ ਸਰਾਭਾ ਨੇ ਮੁੱਖ ਫੌਜੀ ਕਮਾਂਡਰ ਵਜੋਂ ਕਮਾਨ ਸੰਭਾਲੀ। ਰਣਨੀਤੀ ਬੜੀ ਪੱਕੀ ਸੀ। ਪਹਿਲਾ ਕਦਮ ਸੀ ਫਿਰੋਜ਼ਪੁਰ, ਮੇਰਠ, ਲਾਹੌਰ ਅਤੇ ਅੰਬਾਲਾ ਦੀਆਂ ਫੌਜੀ ਛਾਉਣੀਆਂ ਵਿੱਚ ਆਪਣੇ ਬੰਦੇ ਵਾੜਨਾ। ਦੂਜਾ ਕਦਮ ਸੀ ਅੰਮ੍ਰਿਤਸਰ ਅਤੇ ਲੁਧਿਆਣਾ ਵਿੱਚ ਗੁਪਤ ਤਰੀਕੇ ਨਾਲ ਬੰਬ ਬਣਾਉਣ ਦੀਆਂ ਫੈਕਟਰੀਆਂ ਲਾਉਣਾ। ਤੇ ਫਿਰ ਅੰਤ ਵਿੱਚ 21 ਫਰਵਰੀ 1915 ਵਾਲੇ ਦਿਨ ਪੂਰੇ ਦੇਸ਼ ਵਿੱਚ ਇੱਕੋ ਸਮੇਂ ਬਗਾਵਤ ਸ਼ੁਰੂ ਕਰਨੀ। ਪੇਸ ਬਦਲਣ ਵਿੱਚ ਮਾਹਰ ਸਰਾਭਾ ਆਪਣੀ ਅਥਾਹ ਊਰਜਾ ਨਾਲ ਇਸ ਪੂਰੀ ਯੋਜਨਾ ਦਾ ਤਾਲਮੇਲ ਕਰ ਰਿਹਾ ਸੀ। ਪਰ ਇੱਥੇ ਆ ਕੇ
ਕਹਾਣੀ ਬਹੁਤ ਦੁਖਦਾਈ ਮੋੜ ਲੈਂਦੀ ਹੈ। ਧੋਖਾ ਅਤੇ ਫਾਂਸੀ। ਕਹਿੰਦੇ ਨੇ ਨਾ ਕਿ ਆਪਣਿਆਂ ਦਾ ਧੋਖਾ ਸਭ ਤੋਂ ਮਾਰੂ ਹੁੰਦਾ ਹੈ। ਕਿਰਪਾਲ ਸਿੰਘ ਨਾਮ ਦੇ ਇੱਕ ਪੁਲਿਸ ਮੁਖਬਰ ਨੇ ਡਰ ਕੇ ਅੰਗਰੇਜ਼ਾਂ ਨੂੰ ਇਸ ਪੂਰੀ ਖੁਫੀਆ ਯੋਜਨਾ ਦੀ ਭਣਕ ਲਗਾ ਦਿੱਤੀ। ਗਦਰ ਲੀਡਰਸ਼ਿਪ ਨੇ ਖਤਰਾ ਭਾਂਪ ਕੇ ਬਗਾਵਤ ਦੀ ਤਾਰੀਖ ਅੱਗੇ ਕਰਕੇ 19 ਫਰਵਰੀ ਜ਼ਰੂਰ ਕਰ ਦਿੱਤੀ ਸੀ, ਪਰ ਅੰਗਰੇਜ਼ ਸਰਕਾਰ ਪੂਰੀ ਤਰ੍ਹਾਂ ਚੌਕੰਨੀ ਹੋ ਚੁੱਕੀ ਸੀ। ਉਹਨਾਂ ਨੇ ਬਹੁਤ ਹੀ ਬੇਰਹਿਮੀ ਨਾਲ ਛਾਉਣੀਆਂ ਸੀਲ ਕਰ ਦਿੱਤੀਆਂ ਅਤੇ ਬਗਾਵਤ ਨੂੰ ਕੁਚਲ ਦਿੱਤਾ। ਇਸ ਹਫੜਾ ਦਫੜੀ ਵਿੱਚ ਸਰਹਾਬਾ ਪਹਿਲਾਂ ਤਾਂ ਅਫਗਾਨਿਸਤਾਨ ਦੀ ਸਰਹੱਦ ਵੱਲ ਨਿਕਲਣ ਵਿੱਚ ਕਾਮਯਾਬ ਹੋ ਗਿਆ ਸੀ, ਪਰ ਉਸ ਦੀ ਜ਼ਮੀਰ ਨੇ ਉਸ ਨੂੰ ਟੋਕਿਆ। ਉਸ ਤੋਂ ਆਪਣੇ ਫੜੇ ਗਏ ਸਾਥੀਆਂ ਨੂੰ ਇਕੱਲਿਆਂ ਛੱਡਿਆ ਨਹੀਂ ਗਿਆ। ਉਸ ਦੇ ਲਫ਼ਜ਼ ਸਨ, ਸਾਨੂੰ ਵਾਪਸ ਜਾਣਾ ਚਾਹੀਦਾ ਹੈ ਅਤੇ ਅੱਗ ਨੂੰ ਮੁੜ ਭੜਕਾਉਣਾ ਚਾਹੀਦਾ ਹੈ। ਆਪਣੇ ਸਾਥੀਆਂ ਲਈ ਇਸੇ ਵਫਾਦਾਰੀ ਕਾਰਨ ਉਸ ਨੂੰ ਵਾਪਸ ਪਰਤਦਿਆਂ ਹੀ ਲਾਇਲਪੁਰ ਵਿੱਚ ਗ੍ਰਿਫਤਾਰ ਕਰ ਲਿਆ ਗਿਆ। ਹੁਣ ਲਾਹੌਰ ਸਾਜ਼ਿਸ਼ ਕੇਸ ਦੀ ਸੁਣਵਾਈ ਵੇਲੇ ਦਾ ਇਹ ਦ੍ਰਿਸ਼ ਬਹੁਤ ਕੁਝ ਬਿਆਨ ਕਰਦਾ ਹੈ। ਇੱਕ ਪਾਸੇ ਕੁਝ ਕੈਦੀ ਸਨ ਜੋ ਫਾਂਸੀ ਤੋਂ ਬਚਣ ਲਈ ਕਹਿ ਰਹੇ ਸਨ ਕਿ ਉਹਨਾਂ ਦਾ ਕੋਈ ਵੱਡਾ ਰੋਲ ਨਹੀਂ ਸੀ, ਤੇ ਦੂਜੇ ਪਾਸੇ ਸੀ ਇਹ 19 ਸਾਲਾਂ ਦਾ ਨੌਜਵਾਨ। ਸਰਾਭਾ ਨੇ ਛਾਤੀ ਤਾਣ ਕੇ ਪੂਰੀ ਸਾਜ਼ਿਸ਼ ਦੀ ਜ਼ਿੰਮੇਵਾਰੀ ਆਪਣੇ ਸਿਰ ਲਈ। ਉਸਨੇ ਅਦਾਲਤ ਵਿੱਚ ਬਿਲਕੁਲ ਸਾਫ਼-ਸਾਫ਼ ਦੱਸਿਆ ਕਿ ਹਾਂ, ਉਸਨੇ ਅੰਗਰੇਜ਼ ਬਾਦਸ਼ਾਹ ਦਾ ਤਖਤਾ ਪਲਟਣ ਦੀ ਯੋਜਨਾ ਬਣਾਈ ਸੀ ਤੇ ਉਸਨੂੰ ਅਫਸੋਸ ਸਿਰਫ ਇਸ ਗੱਲ ਦਾ ਹੈ ਕਿ ਉਹ ਬਗਾਵਤ ਵਿੱਚ ਕਾਮਯਾਬ ਨਹੀਂ ਹੋ ਸਕਿਆ। ਅੰਗਰੇਜ਼ ਜੱਜ ਵੀ ਉਸਦੀ ਛੋਟੀ ਉਮਰ ਦੇਖ ਕੇ ਪਿੰਘਰ ਗਿਆ ਸੀ। ਜੱਜ ਨੇ ਉਸਨੂੰ ਇੱਕ ਮੌਕਾ ਦਿੱਤਾ ਕਿ ਜੇ ਉਹ ਆਪਣਾ ਬਿਆਨ ਬਦਲ ਲਵੇ ਤਾਂ ਸ਼ਾਇਦ ਉਸਦੀ ਜਾਨ ਬਚ ਜਾਵੇ। ਪਰ ਸਰਾਭਾ ਦਾ ਜਵਾਬ ਸੁਣੋ, ਮੈਂ ਆਪਣਾ ਬਿਆਨ ਕਿਉਂ ਬਦਲਾਂ? ਮੈਂ ਜੋ ਕੀਤਾ ਹੈ ਮੈਨੂੰ ਉਸੀ ਵੱਧ ਤੋਂ ਵੱਧ ਸਜ਼ਾ ਚਾਹੀਦੀ ਹੈ। ਜੇ ਮੈਨੂੰ ਫਾਂਸੀ ਲੱਗਦੀ ਹੈ ਤਾਂ ਮੈਂ ਪਰਮਾਤਮਾ ਅੱਗੇ ਅਰਦਾਸ ਕਰਾਂਗਾ ਕਿ ਮੈਂ ਮੁੜ ਭਾਰਤ ਵਿੱਚ ਜੰਮਾਂ ਤਾਂ ਜੋ ਫਿਰ ਤੋਂ ਅੰਗਰੇਜ਼ਾਂ ਨਾਲ ਲੜ ਸਕਾਂ। ਅਜਿਹਾ ਜਜ਼ਬਾ, ਅਜਿਹੀ ਬਹਾਦਰੀ ਵਾਕਈ ਸਲਾਮ ਕਰਨਯੋਗ ਹੈ। ਤੇ ਫਿਰ ਆਇਆ 16 ਨਵੰਬਰ 1915 ਦਾ ਦਿਨ। ਲਾਹੌਰ ਦੀ ਸੈਂਟਰਲ ਜੇਲ੍ਹ। ਕਰਤਾਰ ਸਿੰਘ ਸਰਾਭਾ ਬਿਨਾਂ ਕਿਸੇ ਡਰ ਦੇ ਮੁਸਕਰਾਉਂਦਾ ਹੋਇਆ ਫਾਂਸੀ ਦੇ ਤਖਤੇ ਵੱਲ ਤੁਰਿਆ, ਰੱਸੇ ਨੂੰ ਚੁੰਮਿਆ ਅਤੇ ਸਦਾ ਲਈ ਅਮਰ ਹੋ ਗਿਆ। ਉਸਦਾ ਸਰੀਰਕ ਜੀਵਨ ਇੱਥੇ ਖਤਮ ਜ਼ਰੂਰ ਹੋਇਆ, ਪਰ ਅਸਲ ਵਿੱਚ ਇਹ ਆਉਣ ਵਾਲੀ ਕ੍ਰਾਂਤੀ ਦੀ ਸਿਰਫ ਇੱਕ ਸ਼ੁਰੂਆਤ ਸੀ। ਉਸਦੀ ਇਹ ਸ਼ਹਾਦਤ ਅਜਾਈ ਨਹੀਂ ਗਈ, ਇਸਨੇ ਭਵਿੱਖ ਦੇ ਇੱਕ ਹੋਰ ਮਹਾਨ ਨਾਇਕ ਦਾ ਮਾਰਗਦਰਸ਼ਨ ਕੀਤਾ। ਜਦੋਂ ਸਰਾਭਾ ਨੂੰ ਫਾਂਸੀ ਹੋਈ, ਉਸ ਵੇਲੇ ਸ਼ਹੀਦ ਭਗਤ ਸਿੰਘ ਦੀ ਉਮਰ ਸਿਰਫ 8 ਸਾਲ ਸੀ, ਪਰ ਸਰਾਭਾ ਦੀ ਇਸ ਕੁਰਬਾਨੀ ਨੇ ਭਗਤ ਸਿੰਘ ਦੀ ਰੂਹ ਵਿੱਚ ਇਨਕਲਾਬ ਦਾ ਐਸਾ ਬੀਜ ਬੀਜਿਆ ਜਿਸ ਨੇ ਅੱਗੇ ਚੱਲ ਕੇ ਪੂਰੀ ਅੰਗਰੇਜ਼ੀ ਹਕੂਮਤ ਦੀਆਂ ਜੜ੍ਹਾਂ ਹਿਲਾ ਕੇ ਰੱਖ ਦਿੱਤੀਆਂ। ਭਗਤ ਸਿੰਘ ਸਰਾਭਾ ਨੂੰ ਆਪਣਾ ਰਾਹ ਦਸੇਰਾ ਮੰਨਦੇ ਸਨ। ਇਹ ਜਾਣ ਕੇ ਬੜੀ ਹੈਰਾਨੀ ਹੁੰਦੀ ਹੈ ਕਿ ਭਗਤ ਸਿੰਘ ਹਮੇਸ਼ਾ ਆਪਣੀ ਜੇਬ ਵਿੱਚ ਸਰਾਭਾ ਦੀ ਇੱਕ ਫੋਟੋ ਰੱਖਦੇ ਸਨ। ਉਹਨਾਂ ਨੇ ਆਪਣੀ ਇਨਕਲਾਬੀ ਸੋਚ ਅਤੇ ਫਿਲਾਸਫੀ ਸਰਾਭਾ ਦੇ ਜੀਵਨ ਤੋਂ ਹੀ ਬਣਾਈ ਸੀ। ਇਹ ਪੱਕਾ ਵਿਸ਼ਵਾਸ ਕਿ ਜ਼ਾਲਿਮ ਸਾਮਰਾਜਵਾਦ ਨੂੰ ਸਿਰਫ ਵੱਡੀ ਅਤੇ ਯੋਜਨਾਬੱਧ ਕੁਰਬਾਨੀ ਰਾਹੀਂ ਹੀ ਹਰਾਇਆ ਜਾ ਸਕਦਾ ਹੈ। ਇੱਥੋਂ ਤੱਕ ਕਿ 1931 ਵਿੱਚ ਜਦੋਂ ਭਗਤ ਸਿੰਘ ਖੁਦ ਲਾਹੌਰ ਜੇਲ੍ਹ ਵਿੱਚ ਫਾਂਸੀ ਦੀ ਉਡੀਕ ਕਰ ਰਹੇ ਸਨ ਤਾਂ ਉਹ ਸਰਾਭਾ ਵੱਲੋਂ ਲਿਖੇ ਗਏ ਉਹੀ ਇਨਕਲਾਬੀ ਗੀਤ ਗੁਣਗੁਣਾਇਆ ਕਰਦੇ ਸਨ। ਇਤਿਹਾਸ ਦਾ ਇਹ ਚੱਕਰ ਇੱਕ ਸ਼ਾਨਦਾਰ ਢੰਗ ਨਾਲ ਇੱਥੇ ਪੂਰਾ ਹੁੰਦਾ ਹੈ। ਜਾਂਦੇ ਆਓ ਆਪਾਂ ਸਾਰੇ ਮਿਲ ਕੇ ਇਸ ਗੱਲ ਤੇ ਵਿਚਾਰ ਕਰੀਏ ਕਿਵੇਂ 19 ਸਾਲਾਂ ਦੇ ਮੁੰਡੇ ਦੀ ਕੁਰਬਾਨੀ ਅੱਜ ਸਦੀਆਂ ਬਾਅਦ ਵੀ ਇਤਿਹਾਸ ਦੇ ਪੰਨਿਆਂ ਵਿੱਚ ਗੂੰਜ ਰਹੀ ਹੈ। ਕਰਤਾਰ ਸਿੰਘ ਸਰਾਭਾ ਦਾ ਜੀਵਨ ਬਹੁਤ ਛੋਟਾ ਸੀ, ਪਰ ਉਸਨੇ ਸਾਨੂੰ ਆਜ਼ਾਦੀ ਦੀ ਸੱਚੀ ਕੀਮਤ ਸਮਝਾਈ ਹੈ। ਉਸਨੇ ਸਾਬਤ ਕਰ ਦਿੱਤਾ ਕਿ ਆਜ਼ਾਦੀ ਕੋਈ ਤੋਹਫਾ ਨਹੀਂ ਹੈ, ਇਸ ਲਈ ਲਹੂ ਡੋਲਣਾ ਪੈਂਦਾ ਹੈ। ਕਿ ਅਸੀਂ ਅੱਜ ਉਸ ਮਹਿੰਗੀ ਮਿਲੀ ਆਜ਼ਾਦੀ ਦੀ ਕਦਰ ਕਰ ਰਹੇ ਹਾਂ? ਇਸ ਬਾਰੇ ਸੋਚਿਓ ਜ਼ਰੂਰ।